क्यों बच्चा 9 वजे गिरिया तो मैसेज मिलो 11:30 बजे आता, तो तकरीबन 200 किलोमीटर है जी, 3 घंटे का मेरा सफ़र सीगा। तो चलो फिर भी 5 घंटे लेट होण दी अनगेली थी। तो पहली बार च ही हत्थ फड़ तकरीबन 5 मिनटां च ही भी हत्थ तां फड़ लए, पर वो रस्सी खुल गई जी जी बनी सी। तो दूजी 2 फुट बच्चा चक के गिर गया जी दोबारा तो फिर तीजी बार मतलब वधिया गठ बनी गई है फिर। हाँ मैं आख्या जरूर हैगा, NDRF का जिहड़ा बड़ा चीफ सी उहनूं भी आख्या सीगा भी सर मैं इदां मैनूं मौका दिता जाए भी मैं कढ़ सकदा हाँ। तो वो कहंदे भी जिहड़ा साडा प्रोसैस चल रहा हुंदा भी असीं उहनूं रोक नहीं सकते, ਤੁਹਾਨੂੰ ਅਸੀਂ मौका नहीं दे सकते। हाँ जी उन्होंने ਇਹਦਾ टाइम मंगे सी 1 घंटा दे दो भी मैं बच्चा कढ़ दूँगा। तो उन्होंने खैर सुनी मेरी लास्ट ते आ गई जी, तो मैनूं टाइम दिता तो बच्चा भी 15 ਤੋਂ 20 मिनट हद लगी। 20 मिनट ਤੁਸੀਂ ਬੱਚਾ ਕੱਢ ਲਿਆ। यही है जी भी मेरा एक अननोन चेहरा जी, उस टाइम बिल्कुल ही नहीं पता थी कि मैं यही काम करदा। तो कुछ पहचान भी बनी है जी उस टाइम मेरी, फतेह भी टाइम बहुत होना जिस तरह हूँ तमिलनाडु उस तो बाद बुलाया तमिलनाडु की करनगे उत्थे बच्चा गिर गया, सुरजीत नाम का बच्चा गिर गया सीगा जी। प्रशासन बाय एयर लेके गई जी, बाय एयर छड्ड के गई मैनूं। ਪੰਜਾਬ ਦੇ ਵਿੱਚ ਖੁੱਲੇ ਜਿਹੜੇ ਬੋਰਵੈਲ ਨੇ ਉਹ ਮੌਤ ਨੂੰ ਸੱਦਾ ਦੇ ਰਹੇ ਨੇ। ਛੋਟੇ ਬੱਚੇ ਨੇ ਜਿਹੜੇ ਉਹ ਉਹਦਾ ਸ਼ਿਕਾਰ ਹੋ ਰਹੇ ਨੇ। ਘਟਨਾ ਤੁਹਾਨੂੰ ਯਾਦ ਹੋਏਗੀ ਫਤਿਹਵੀਰ ਦੀ। ਫਤਿਹਵੀਰ ਸੰਗਰੂਰ ਦੇ ਇੱਕ ਪਿੰਡ ਦਾ ਰਹਿਣ ਵਾਲਾ ਸੀ ਜਿਹੜਾ ਕਿ ਆਪਣੇ ਘਰ ਦੇ ਬਾਹਰ ਹੀ ਬਣੇ ਆਪਣੇ ਹੀ ਬੋਰਵੈਲ ਦੇ ਵਿੱਚ ਗਿਰ ਜਾਂਦਾ ਹੈ। ਤਾਂ ਲਗਾਤਾਰ ਕਈ ਦਿਨ ਪ੍ਰਸ਼ਾਸਨ ਉਸ ਨੂੰ ਕੱਢਣ ਦੀਆਂ ਕੋਸ਼ਿਸ਼ਾਂ ਕਰਦਾ ਪਰ ਨਾਕਾਮ ਰਹਿੰਦਾ ਹੈ। ਆਖਿਰਕਾਰ ਉਸ ਦੀ ਮੌਤ ਹੋ ਜਾਂਦੀ ਹੈ 6 ਦਿਨ ਬਾਅਦ। ਤਾਂ ਉਸ ਨੂੰ ਕਹਿ ਸਕਦੇ ਹਾਂ ਕਿ ਮਰੇ ਹੋਏ ਫਤਿਹਵੀਰ ਨੂੰ ਹੀ ਬੋਰਵੈਲ ਚੋਂ ਬਾਹਰ ਕੱਢਿਆ ਜਾਂਦਾ। ਤਾਂ ਕ੍ਰਿਤਕ ਨਾਮ ਦਾ 6 ਸਾਲ ਦਾ ਬੱਚਾ ਕੱਲ੍ਹ ਫੇਰ ਪੰਜਾਬ ਦੇ ਵਿੱਚ ਹੁਸ਼ਿਆਰਪੁਰ ਜ਼ਿਲ੍ਹੇ ਦੇ ਵਿੱਚ ਕੁੱਤਿਆਂ ਤੋਂ ਡਰਦਾ ਹੋਇਆ, ਜਦੋਂ ਉਸ ਦੇ ਪਿੱਛੇ ਜਿਹੜੇ ਕੁੱਤੇ ਪਾਏ ਜਾਂਦੇ ਨੇ, ਅਵਾਰਾ ਕੁੱਤੇ ਪਾਏ ਜਾਂਦੇ ਨੇ, ਤਾਂ ਉਹ ਬੋਰਵੈਲ ਦੇ ਉੱਪਰ ਚੜ੍ਹਨ ਦੀ ਕੋਸ਼ਿਸ਼ ਕਰਦਾ ਕਿ ਸ਼ਾਇਦ ਮੈਂ ਬਚ ਜਾਵਾਂਗਾ, ਪਰ ਲੇਕਿਨ ਮੌਤ ਉਹਨੂੰ ਖਿੱਚ ਕੇ ਲੈ ਜਾਂਦੀ ਆ ਤਾਂ ਬੋਰਵੈਲ ਦੇ ਵਿੱਚ ਜਾ ਕੇ ਗਿਰ ਜਾਂਦਾ। ਪਰ ਇਹ ਚੀਜ਼ਾਂ ਹਾਦਸੇ ਹੁੰਦੇ ਨੇ, ਬੱਚਿਆਂ ਦੀ ਮੌਤ ਹੋ ਰਹੀ ਆ, ਪਰ ਨਾ ਸਰਕਾਰਾਂ ਨੇ ਕਦੇ ਇਸ ਤੋਂ ਕੋਈ ਸਬਕ ਲਿਆ। ਸਗੋਂ ਜਦੋਂ ਇਸ ਤਰ੍ਹਾਂ ਦੇ ਹਾਦਸੇ ਹੁੰਦੇ ਨੇ ਤਾਂ ਤਜਰਬੇ ਕੀਤੇ ਜਾਂਦੇ ਨੇ, ਕਿਉਂਕਿ ਅਸੀਂ ਫਤਿਹਵੀਰ ਮਾਮਲੇ ਦੇ ਵਿੱਚ ਦੇਖਿਆ ਕਿ ਲਗਾਤਾਰ 4 ਦਿਨ ਪ੍ਰਸ਼ਾਸਨ ਜਿਹੜਾ ਹੈਗਾ ਸੀ ਉੱਥੇ ਤਜਰਬੇ ਕਰਦਾ ਰਿਹਾ, ਕੱਢਣ ਦੀਆਂ ਕੋਸ਼ਿਸ਼ਾਂ। ਕਦੇ ਕੋਈ ਸੰਦ ਜਿਹੜਾ ਮੌਕੇ ਦੇ ਉੱਪਰ ਬਣਾਇਆ ਜਾਂਦਾ ਸੀ, ਕਦੇ ਕੋਈ ਚੀਜ਼ਾਂ ਹੁੰਦੀਆਂ ਸੀ। ਆਮ ਲੋਕ ਜਿਹੜੇ ਉੱਥੇ ਆਉਂਦੇ ਸੀ ਜਾਂਦੇ ਸੀ, ਜਿਹੜੇ ਕਹਿੰਦੇ ਸੀ ਕਿ ਸ਼ਾਇਦ ਅਸੀਂ ਫਤਿਹਵੀਰ ਨੂੰ ਕੱਢ ਲਵਾਂਗੇ ਜਦੋਂ ਤੱਕ ਬੱਚਾ ਜਿਉਂਦਾ ਸੀ, ਤਾਂ ਉਦੋਂ ਉਹਨਾਂ ਨੂੰ ਕੱਢਣ ਦੀ ਆਗਿਆ ਨਹੀਂ ਦਿੱਤੀ ਜਾਂਦੀ। ਜਦੋਂ ਆਗਿਆ ਦੇ ਦਿੱਤੀ ਜਾਂਦੀ ਹੈ ਤਾਂ ਉਸ ਸਮੇਂ ਸਮਾਂ ਬਹੁਤ ਜ਼ਿਆਦਾ ਬੀਤ ਜਾ ਚੁੱਕਿਆ ਹੁੰਦਾ ਹੈਗਾ। ਕਹਿ ਸਕਦੇ ਹਾਂ ਕਿ ਕਹਾਣੀਆਂ ਜਿਹੜੀ ਉਹ ਹੱਥੋਂ ਨਿਕਲ ਚੁੱਕੀ ਹੁੰਦੀ ਆ। ਤਾਂ ਜਦੋਂ ਇਸ ਜ਼ਿਕਰ ਮੈਂ ਇਸ ਲਈ ਕਰ ਰਿਹਾ ਕਿਉਂਕਿ ਇਹ ਚੀਜ਼ਾਂ ਹਕੀਕਤ ਤੌਰ ਦੇ ਉੱਪਰ ਹੋਈਆਂ ਤੀਆਂ। ਆਮ ਤੌਰ 'ਤੇ ਜੇ ਤੁਸੀਂ ਕਿਤਾਬਾਂ ਦੇ ਵਿੱਚ ਜੋ ਪੜ੍ਹਦੇ ਆ ਉਹ ਹਕੀਕਤ ਦੇ ਵਿੱਚ ਨਹੀਂ ਹੁੰਦਾ, ਜੋ ਹਕੀਕਤ ਦੇ ਵਿੱਚ ਹੁੰਦਾ ਉਹ ਕਿਤਾਬਾਂ ਦੇ ਵਿੱਚ ਨਹੀਂ ਹੁੰਦਾ। ਇਸੇ ਨੂੰ ਤਜਰਬੇ ਨੂੰ ਕਹਿ ਕੇ, ਕਿਉਂਕਿ ਜਿਹੜੇ ਪਿੰਡਾਂ ਦੇ ਵਿੱਚ ਕਈ ਇਸ ਤਰ੍ਹਾਂ ਦੇ ਲੋਕ ਰਹਿੰਦੇ ਨੇ, ਇਸ ਤਰ੍ਹਾਂ ਦੇ ਨੌਜਵਾਨ ਰਹਿੰਦੇ ਨੇ ਜਿਹੜੇ ਕਿ ਆਪਣਾ ਨਿੱਜੀ ਤਜਰਬਾ ਹੁੰਦਾ, ਜਿਹੜੇ ਹਰ ਰੋਜ਼ ਇਸ ਤਰ੍ਹਾਂ ਦੀਆਂ ਚੀਜ਼ਾਂ ਕਰਦੇ ਰਹਿੰਦੇ ਨੇ। ਕਿਉਂਕਿ ਪਰ ਉਹਨਾਂ ਕੋਲ ਕੋਈ ਸਰਟੀਫਿਕੇਟ ਨਹੀਂ ਹੁੰਦਾ, ਕੋਈ ਡਿਗਰੀ ਨਹੀਂ ਹੁੰਦੀ, ਇਸ ਲਈ ਸ਼ਾਇਦ ਉਹਨਾਂ ਨੂੰ ਮਾਨਤਾ ਨਹੀਂ ਦਿੱਤੀ ਜਾਂਦੀ। ਮੈਂ ਜ਼ਿਕਰ ਕਰ ਰਿਹਾ ਗੁਰਿੰਦਰ ਸਿੰਘ ਨਾਮ ਦੇ ਇੱਕ ਸ਼ਖਸ ਦੀ, ਜਿਹੜਾ ਕਿ ਜ਼ਿਲ੍ਹਾ ਸੰਗਰੂਰ ਦੇ ਮੰਗਵਾਲ ਪਿੰਡ ਦਾ। ਫਤਿਹਵੀਰ ਜਦੋਂ ਡਿੱਗਿਆ ਸੀ ਤਾਂ ਉਸ ਸਮੇਂ ਵੀ ਉਹ ਉੱਥੇ ਜਾ ਕੇ ਉਹਨੇ ਪ੍ਰਸ਼ਾਸਨ ਨੂੰ ਅਪੀਲ ਕੀਤੀ ਕਿ ਮੈਨੂੰ ਸਮਾਂ ਦੇ ਦਿੱਤਾ ਜਾਵੇ ਅੱਧੇ ਪੌਣੇ ਘੰਟੇ ਦਾ, ਤੇ ਮੈਂ ਫਤਿਹਵੀਰ ਨੂੰ ਬਾਹਰ ਕੱਢ ਲਵਾਂਗਾ। ਪਰ ਜਦੋਂ ਉੱਥੇ ਪ੍ਰਸ਼ਾਸਨ ਪਹੁੰਚਦਾ, NDRF ਪਹੁੰਚ ਜਾਂਦੀ ਆ ਜਾਂ ਫਿਰ ਮਿਲਟਰੀ ਪਹੁੰਚਦੀ ਆ, ਉਹ ਉਹਨਾਂ ਨੂੰ ਇਜਾਜ਼ਤ ਨਹੀਂ ਦਿੰਦੇ। ਇਸੇ ਤਰ੍ਹਾਂ ਕਰਕੇ 5-6 ਦਿਨ ਲੰਘ ਜਾਂਦੇ ਨੇ। ਕੱਲ੍ਹ ਜਦੋਂ ਰਿਤਕ ਡਿੱਗਦਾ ਤਾਂ ਫਿਰ ਵੀ ਉਹ ਆਪਣੇ ਘਰੋਂ ਆਪਣੀ ਗੱਡੀ ਲੈ ਕੇ ਆਪਣਾ ਪੈਟਰੋਲ ਫੂਕ ਕੇ ਹੁਸ਼ਿਆਰਪੁਰ ਚਲਾ ਜਾਂਦਾ ਕਿ ਸ਼ਾਇਦ ਮੈਂ ਫਤਿਹਵੀਰ ਨਹੀਂ ਬਚਾ ਸਕਿਆ ਤੇ ਮੈਂ ਰਿਤਕ ਨੂੰ ਜ਼ਰੂਰ ਬਚਾ ਲਵਾਂਗਾ। ਪਰ ਜਾ ਕੇ ਉਹਨਾਂ ਨੂੰ ਫਿਰ ਵੀ ਜਿਹੜੀ ਉਹ ਮਨਜ਼ੂਰੀ ਨਹੀਂ ਦਿੰਦੇ, ਕਿਉਂਕਿ ਜਦੋਂ ਅਕਸਰ ਕਈ ਘੰਟੇ ਹੋ ਜਾਂਦੇ ਨੇ ਘਟਨਾ ਨੂੰ ਲੰਘੇ ਹੋਏ, ਤਾਂ ਉਸ ਤੋਂ ਬਾਅਦ ਫਿਰ ਆ ਕੇ ਦੁਪਹਿਰ ਬਾਅਦ ਜਦੋਂ ਉੱਥੋਂ ਮਿਲਟਰੀ ਬਠਿੰਡਾ ਤੋਂ ਆਉਂਦੀ ਆ, ਫਿਰ ਰੈਸਕਿਊ ਆਪਰੇਸ਼ਨ ਚੱਲਦਾ ਹੈਗਾ। ਆਮ ਤੌਰ 'ਤੇ ਲੋਕ ਨੇ, ਆਸ-ਪਾਸ ਦੀਆਂ ਸੰਸਥਾਵਾਂ ਨੇ ਮਿੱਟੀ ਹਟਾਉਣ ਦਾ ਕੰਮ ਕਰਦੀਆਂ ਨੇ, ਪਰ ਬੋਰਵੈਲ ਦੇ ਵਿੱਚੋਂ ਬੱਚੇ ਦੀ ਨਜ਼ਰ ਦੇ ਉੱਪਰ CCTV ਕੈਮਰੇ ਦੇ ਨਾਲ ਨਜ਼ਰ ਰੱਖੀ ਜਾਂਦੀ ਹੈ। ਪਰ ਜਦੋਂ ਮੂਵਮੈਂਟ ਉਹਦੀ ਨਹੀਂ ਹੁੰਦੀ ਤਾਂ ਗੁਰਿੰਦਰ ਪਹੁੰਚਦਾ। ਗੁਰਿੰਦਰ ਕਹਿੰਦਾ ਕਿ ਮੈਂ ਕੱਢ ਲਾਂਗਾ, ਪਰ ਕਈ ਘੰਟੇ ਲੇਟ ਹੋ ਜਾਂਦੇ ਨੇ। ਪਰ ਅਚਾਨਕ ਸ਼ਾਮ ਨੂੰ ਗੁਰਿੰਦਰ ਦੀ ਮਾਫ਼ ਕਰਨਾ ਕਿ ਜਿਹੜੇ ਰਿਤਕ ਦੀ ਜਿਹੜੀ ਮੌਤ ਹੋ ਜਾਂਦੀ ਹੈ। ਗੁਰਿੰਦਰ ਅਫਸੋਸ ਕਰਦਾ ਕਿ ਐਡੀ ਦੂਰੋਂ ਗਿਆ ਸੀ ਪਰ ਉਸ ਨੂੰ ਬਚਾ ਨਹੀਂ ਸਕਿਆ। ਸਾਡੇ ਨਾਲ ਗੁਰਿੰਦਰ ਨੇ ਕਹਾਣੀ ਸਾਰੀ ਸਮਝਾਂਗੇ ਕਿ ਆਖਿਰਕਾਰ ਕੀ ਹੈ, ਕਿਉਂਕਿ ਗੁਰਿੰਦਰ ਬਾਰੇ ਜਿਵੇਂ ਮੈਂ ਪਹਿਲਾਂ ਤੁਹਾਨੂੰ ਦੱਸਿਆ, ਗੁਰਿੰਦਰ ਉਹ ਸ਼ਖਸ ਹੈ ਕਿਉਂਕਿ ਆਮ ਤੌਰ 'ਤੇ ਜਿਹੜਾ ਮਾਲਵਾ ਇਲਾਕਾ ਇਹ ਉਹ ਇਲਾਕਾ ਜਿੱਥੇ ਬੇਹੱਦ ਜ਼ਿਆਦਾ ਡੂੰਘੇ ਬੋਰਵੈਲ ਨੇ, ਜਿੱਥੇ ਕਿਸਾਨਾਂ ਦੀਆਂ ਮੋਟਰਾਂ ਅਕਸਰ ਹੀ ਜਦੋਂ ਮੱਚ ਜਾਂਦੀ ਹੈ ਜਾਂ ਸੜ ਜਾਂਦੀ ਹੈ, ਜਦੋਂ ਕੱਢਦੇ ਪਾਉਂਦੇ ਨੇ ਤਾਂ ਅਕਸਰ ਭਾਰੀ ਭਰਕਮ ਮੋਟਰ ਜਿਹਦਾ ਕਿ ਵਜ਼ਨ ਕਹਿ ਸਕਦੇ ਹਾਂ ਕਿ 1 ਕੁਇੰਟਲ ਦੇ ਕਰੀਬ 60-70 ਕਿਲੋ ਦੇ ਕਰੀਬ ਹੁੰਦਾ, ਉਸ ਨੂੰ ਕੱਢਣ ਦਾ ਕੰਮ ਕਰਦੇ ਨੇ। ਬੜੀ ਆਸਾਨੀ ਦੇ ਨਾਲ ਉਹ ਮੋਟਰ ਕੱਢ ਲੈਂਦੇ ਨੇ। ਤਾਂ 10-15 ਕਿਲੋ ਦਾ ਛੋਟਾ ਬੱਚਾ ਕੱਢਣਾ ਉਹਦੇ ਲਈ ਕੋਈ ਵੱਡੀ ਗੱਲ ਨਹੀਂ ਸੀ। ਭਾਈ ਗੁਰਿੰਦਰ, ਇਹੀ ਚੀਜ਼ ਹੈ ਕਿ ਤੁਸੀਂ ਇਹ ਤਜਰਬਾ, ਤੁਹਾਡਾ ਨਿੱਜੀ ਤਜਰਬਾ ਸੀ ਤੁਹਾਡਾ, ਤੁਸੀਂ ਇੰਨੀ ਭਾਰੀ ਭਰਕਮ ਲੋਹੇ ਦੀਆਂ ਮੋਟਰਾਂ ਤੱਕ ਕੱਢ ਲੈਂਦੇ ਹੋ।
200 ਫੁੱਟ ਡਿੱਗੀਆਂ। ਕੀ ਇਹ ਬੱਚੇ ਕੱਢਣਾ ਤਾਂ ਤੁਹਾਡੇ ਲਈ ਬੇहद ਛੋਟੀ ਗੱਲ ਸੀ? ਹਾਂਜੀ, ਜਿਸ ਤਰ੍ਹਾਂ ਕੋਈ ਵੀ ਮੋਟਰ ਜੀ 750 ਜਾਂ 1000 ਫੁੱਟ ਤੇ ਗਿਰ ਜਾਂਦੀ ਆ ਤਾਂ ਅਸੀਂ ਕੋਈ ਬਿਨਾ ਕੈਮਰੇ ਉੱਤੇ ਹੀ ਕੱਢਦੇ ਹਾਂ, ਇੱਕ ਜੱਜਮੈਂਟ ਨਾਲ ਵੀ ਇਸ ਲੋਟ ਉੱਪਰੋਂ ਟੁੱਟ ਕੇ ਗਿਰੀ ਹੈ ਤਾਂ ਇਸ ਲੋਟ ਕੱਢ ਲਈਏ। ਕਿਉਂਕਿ ਮੋਟਰ ਦੇ ਵਿੱਚ ਵੀ ਕੋਈ ਉਹਦੇ ਉੱਪਰ ਵਿੱਚ ਵੀ ਕੋਈ ਉਹ ਨਹੀਂ ਹੁੰਦਾ, ਕਹਿ ਨਹੀਂ ਸਕਦੇ ਆਪਾਂ ਕਿੱਥੇ ਪਈ ਆ ਜਾਂ ਕਿਸ ਤਰ੍ਹਾਂ ਉਹਦੇ ਵਿੱਚ ਕੁੰਡੀ ਫਸੇਗੀ, ਤਾਂ ਇਸੇ ਤਰ੍ਹਾਂ ਹੀ ਨਹੀਂ, ਉਹਦੇ ਮੋਟਰ ਦੇ ਵਿੱਚ ਅਸੀਂ ਦੇਖ ਲੈਂਦੇ ਜਿਸ ਤਰ੍ਹਾਂ ਉੱਪਰੋਂ ਪੈਪ ਟੁੱਟ ਕੇ ਗਿਰਿਆ ਹੁੰਦਾ ਤਾਂ ਸਾਨੂੰ ਇਹ ਪਤਾ ਹੁੰਦਾ ਵੀ ਜਿਹੜਾ ਮੋਟਰ ਦਾ ਪੁਆਇੰਟ ਆ ਵੀ ਇਹਨੂੰ ਫੜ ਲਈਏ ਤਾਂ ਮੋਟਰ ਬਾਹਰ ਆ ਜਾਊਗੀ। ਅਸੀਂ ਮਤਲਬ ਵੀ ਐਵੇਂ ਨਹੀਂ ਟਰਾਈਆਂ ਮਾਰ ਕੇ ਉਹ ਕਰਦੇ, ਸਿਰਫ ਇੱਕ ਵਾਰ 'ਚ ਹੀ ਉਹ ਹਥਿਆਰ ਪਾਵਾਂਗੇ ਜੋ ਚੀਜ਼ ਉਹਨੂੰ ਫੜੇ ਤਾਂ ਇਹ ਜੱਜਮੈਂਟ ਨਾਲ ਪਹਿਲੀ ਵਾਰ 'ਚ ਹੀ ਫੜ ਲੈਂਦਾ ਤੇ ਮੋਟਰ ਚੱਕ। ਕਿੰਨੇ ਸਾਲ ਦਾ ਬਾਈ ਤਜਰਬਾ ਤੁਹਾਡਾ? ਤਜਰਬਾ ਦਾ ਜੀ ਮੈਨੂੰ 20 ਤੋਂ 25 ਸਾਲ ਤਕਰੀਬਨ। ਇਹ ਪਹਿਲਾਂ ਮੈਂ ਨਲਕੇ ਦਾ ਕੰਮ ਕਰਦਾ ਸੀ, ਫਿਰ ਬੋਰ ਲਾਉਂਦਾ ਸੀ, ਤਾਂ ਤਕਰੀਬਨ ਹੁਣ 10 ਸਾਲ ਤੋਂ ਮੇਰਾ ਇਹੀ ਕੰਮ ਹੈ ਜੀ, ਮੋਟਰਾਂ ਕੱਢਣ ਤੇ ਪਾਉਣ ਦਾ। ਅੱਛਾ, ਜਦੋਂ ਫਤਿਹਵੀਰ ਡਿੱਗਿਆ ਸੀ ਬੋਰਵੈਲ 'ਚ, ਤੁਸੀਂ ਉਦੋਂ ਕਿੰਨੇ ਟਾਈਮ ਬਾਅਦ ਪਹੁੰਚ ਗਏ ਸੀ ਉੱਥੇ? ਮੈਂ ਜੀ ਦੂਜੇ ਦਿਨ ਪਹੁੰਚਿਆ। ਮੈਂ ਤਕਰੀਬਨ ਇਹ ਸਮਝ ਲਓ ਵੀ 18-19 ਘੰਟਿਆਂ ਬਾਅਦ ਪਹੁੰਚਿਆ ਜੀ ਮੈਂ ਉੱਥੇ। ਲੇਟ ਬਹੁਤ ਸੀ। ਉਸ ਸਮੇਂ ਮੂਵਮੈਂਟ ਹੋ ਰਹੀ ਸੀ ਬੱਚੇ ਦੀ? ਨਹੀਂ, ਉਸ ਟਾਈਮ ਮੈਨੂੰ ਮੂਵਮੈਂਟ ਨਹੀਂ ਸੀ ਲੱਗੀ ਨਹੀਂ ਤੁਹਾਨੂੰ? ਨਹੀਂ, ਤੁਸੀਂ ਮੂਵਮੈਂਟ। ਕਿਹਾ ਵੀ ਮੈਂ ਕੱਢ ਲੂੰਗਾ ਬਾਹਰ ਇਹਨੂੰ? ਹਾਂ, ਮੈਂ ਆਖਿਆ ਜ਼ਰੂਰ ਹੈਗਾ। NDRF ਦਾ ਜਿਹੜਾ ਵੱਡਾ ਚੀਫ ਸੀ ਉਹਨੂੰ ਵੀ ਆਖਿਆ ਸੀਗਾ ਵੀ ਸਰ ਮੈਂ ਇੱਦਾਂ ਮੈਨੂੰ ਮੌਕਾ ਦਿੱਤਾ ਜਾਂ ਵੀ ਮੈਂ ਕੱਢ ਸਕਦਾ ਹਾਂ, ਤਾਂ ਉਹ ਕਹਿੰਦੇ ਵੀ ਜਿਹੜਾ ਸਾਡਾ ਪ੍ਰੋਸੈਸ ਚੱਲ ਰਿਹਾ ਹੁੰਦਾ ਵੀ ਅਸੀਂ ਉਹਨੂੰ ਰੋਕ ਨਹੀਂ ਸਕਦੇ। ਵੀ ਤੁਹਾਨੂੰ ਅਸੀਂ ਮੌਕਾ ਨਹੀਂ ਦੇ ਸਕਦੇ? ਹਾਂਜੀ, ਉਹਨਾਂ ਨੇ ਆਖਿਆ। ਫਿਰ ਤੁਸੀਂ 6 ਦਿਨਾਂ ਬਾਅਦ ਦੁਬਾਰਾ ਫਿਰ ਫਤਿਹਵੀਰ ਨੂੰ ਤੁਸੀਂ ਕੱਢਿਆ? 6 ਦਿਨਾਂ ਬਾਅਦ ਫਿਰ ਪ੍ਰਸ਼ਾਸਨ ਦਾ ਤਾਂ ਬਿਲਕੁਲ ਹੀ ਐਂ ਸਮਝ ਲਓ ਵੀ ਰੋਲ ਹੀ ਖਤਮ ਹੋ ਗਿਆ ਸੀ। ਉਹਨਾਂ ਨੂੰ ਪਤਾ ਲੱਗ ਗਿਆ ਸੀ ਬੱਚਾ ਨਿਕਲਦਾ ਨਹੀਂ ਹੈਗਾ, ਤਾਂ ਇੱਕ ਤਰ੍ਹਾਂ ਉਹ ਸਮਾਨ ਹੀ ਇਕੱਠਾ ਕਰਨ ਲੱਗ ਰਹੇ ਸੀਗੇ। ਤਾਂ ਫਿਰ ਵੀ ਮੈਂ ਜਾਂਦੇ ਨੇ ਮੈਂ ਵੀ ਪਿੰਡੇ ਆ ਰਿਹਾ ਸੀ ਰਾਤ ਨੂੰ, ਤਾਂ ਉਹਨਾਂ ਅੱਗੇ ਹੱਥ ਬੰਨ੍ਹ ਕੇ ਬੇਨਤੀ ਕੀਤੀ ਵੀ ਹੁਣ ਸਾਰਾ ਕੁਝ, ਬੱਚਾ ਤਾਂ ਵੀ ਡੈੱਡ ਹੋ ਗਿਆ, ਘੱਟੋ ਘੱਟ ਵੀ ਮਾਤਾ ਪਿਤਾ ਨੂੰ ਬੱਚਾ ਤਾਂ ਮਿਲ ਸਕੇ। ਹੁਣ ਵੀ ਸਿਰਫ ਘੰਟੇ ਦਾ ਟਾਈਮ ਮੰਗਿਆ ਸੀ ਵੀ 1 ਘੰਟਾ ਦੇ ਦਿਓ ਵੀ ਮੈਂ ਬੱਚਾ ਕੱਢ ਦੂੰਗਾ। ਤਾਂ ਉਹਨਾਂ ਨੇ ਖੈਰ ਸੁਣੀ ਮੇਰੀ, ਲਾਸਟ ਤੇ ਆ ਗਏ ਜੀ, ਤਾਂ ਮੈਨੂੰ ਟਾਈਮ ਦਿੱਤਾ, ਤਾਂ ਬੱਚਾ ਵੀ 15 ਤੋਂ 20 ਮਿੰਟ ਹੱਦ ਲੱਗੀ। 20 ਮਿੰਟਾਂ ਤੁਸੀਂ ਬੱਚਾ ਕੱਢ ਲਿਆ, ਪਰ ਉਹ ਅਨਸੁਣੀ 4 ਦਿਨ ਹੁੰਦੀ ਰਹੀ? ਹਾਂਜੀ, ਉਹ 4 ਦਿਨ ਚੱਲਦੀ ਰਹੀ ਜੀ। ਅੱਛਾ ਬਾਈ, ਉਸ ਚੀਜ਼ ਤੋਂ ਇੱਕ ਸਬਕ ਲਿਆ, ਉਸ ਚੀਜ਼ ਤੋਂ ਤੁਸੀਂ ਸੋਚਿਆ ਹੋਵੇਗਾ ਵੀ ਅਗਰ ਮੈਨੂੰ ਪਹਿਲਾਂ ਸਮਾਂ ਦਿੱਤਾ ਹੁੰਦਾ ਸ਼ਾਇਦ ਉਸ ਟਾਈਮ ਫਤਿਹਵੀਰ ਜਿਉਂਦਾ ਨਿਕਲ ਆਉਂਦਾ, ਪਰ ਤੁਹਾਨੂੰ ਪ੍ਰਸ਼ਾਸਨਿਕ ਤੌਰ ਦੇ ਉੱਪਰ ਉਹਨਾਂ ਨੇ ਇਜਾਜ਼ਤ ਨਹੀਂ ਦਿੱਤੀ, ਕਿਉਂਕਿ ਜਿਵੇਂ ਪਹਿਲਾਂ ਮੈਂ ਜ਼ਿਕਰ ਕਰਿਆ ਕਿ ਕਿਉਂਕਿ ਤੁਹਾਡੇ ਲਵੇ ਕੋਈ ਸਰਟੀਫਿਕੇਟ ਨਹੀਂ ਹੈਗਾ ਸੀ, ਤੁਹਾਡੇ ਲਵੇ ਕੋਈ ਡਿਗਰੀ ਨਹੀਂ ਹੈਗੀ ਇਸ ਤਰ੍ਹਾਂ ਦੇ ਕੰਮ ਕਰਨ ਦੀ। ਤੁਸੀਂ ਤਜਰਬਾ ਤੁਹਾਡਾ ਜ਼ਿਆਦਾ ਸੀ, ਭਾਵੇਂ ਕਿ ਉਹ ਲੋਕ ਸ਼ਾਇਦ ਜਿਹੜੇ ਉੱਥੇ ਕੰਮ ਕਰਦੇ ਸੀ ਉਹਨਾਂ ਨੂੰ ਇੰਨਾ ਤਜਰਬਾ ਨਾ ਹੋਵੇ। ਮੇਨ ਚੀਜ਼ ਤਾਂ ਇਹੀ ਹੈ ਜੀ ਵੀ ਮੇਰਾ ਇੱਕ ਅਨਨੋਨ ਚਿਹਰਾ ਜੀ, ਉਸ ਟਾਈਮ ਬਿਲਕੁਲ ਹੀ ਨਹੀਂ ਪਤਾ ਸੀ ਕਿ ਮੈਂ ਇਹੀ ਕੰਮ ਕਰਦਾ, ਤਾਂ ਕੁਛ ਪਹਿਚਾਣ ਵੀ ਬਣੀ ਆ ਜੀ ਉਸ ਟਾਈਮ ਮੇਰੀ। ਫਤਿਹਵੀਰ ਟਾਈਮ ਬਹੁਤ ਹੁਣ ਜਿਸ ਤਰ੍ਹਾਂ ਹੁਣ ਤਾਮਿਲਨਾਡੂ ਉਸ ਤੋਂ ਬਾਅਦ ਬੁਲਾਇਆ, ਤੇ ਤਾਮਿਲਨਾਡੂ ਕੀ ਕਰਨਗੇ? ਉੱਥੇ ਬੱਚਾ ਗਿਰ ਗਿਆ, ਸੁਰਜੀਤ ਨਾਮ ਦਾ ਬੱਚਾ ਗਿਰ ਗਿਆ ਸੀਗਾ ਜੀ। ਪ੍ਰਸ਼ਾਸਨ ਬਾਈ ਏਅਰ ਲੈ ਕੇ ਗਈ ਜੀ, ਬਾਈ ਏਅਰ ਛੱਡ ਕੇ ਗਈ ਮੈਨੂੰ, ਤਾਂ ਹੁਣ ਦੂਜਾ ਤੀਜਾ ਚਾਂਸ। ਫਿਰ ਉਹ ਬੱਚਾ ਜਿਉਂਦਾ ਵਾਪਸ ਕੱਢ ਲਿਆ? ਨਹੀਂ, ਉਹ ਵੀ ਮੈਨੂੰ 6ਵੇਂ ਦਿਨ ਬੁਲਾਇਆ ਜੀ, ਉਹ ਵੀ ਲੇਟ ਹੀ ਬੁਲਾਇਆਗਾ। ਉਹ ਡੈਡ ਭਾਵ ਕਿ ਇੱਕ ਜਿਹੜਾ ਜੇ ਅਗਰ ਪਹਿਲਾਂ ਉੱਥੇ ਵੀ ਬੁਲਾ ਲਿਆ ਗਿਆ ਹੁੰਦਾ ਤਾਂ ਤੁਹਾਨੂੰ ਅਫਸੋਸ ਰਹਿੰਦਾ ਹੈ? ਹੁਣ ਅਫਸੋਸ ਤਾਂ ਕੱਲ੍ਹ ਵੀ ਮੈਨੂੰ ਬਹੁਤ ਹੋਇਆ ਜੀ, ਕਿਉਂ ਬੱਚਾ 9 ਵਜੇ ਗਿਰਿਆ ਤੇ ਮੈਸੇਜ ਮਿਲੋ ਇਹ 11:30 ਵਜੇ ਆਉਂਦਾ, ਤਾਂ ਤਕਰੀਬਨ 200 ਕਿਲੋਮੀਟਰ ਹੈ ਜੀ, 3 ਘੰਟਿਆਂ ਦਾ ਮੇਰਾ ਸਫ਼ਰ ਸੀਗਾ। ਤੇ ਚਲੋ ਫਿਰ ਵੀ 5 ਘੰਟੇ ਲੇਟ ਹੋਣ ਤੋਂ ਬਾਅਦ ਉਦੋਂ ਬਾਅਦ ਫਿਰ ਮੈਨੂੰ 2 ਘੰਟੇ ਹੋਰ ਵੇਟ ਕਰਨੀ ਪਈ ਜੀ। ਫਿਰ ਜਦੋਂ ਤੁਸੀਂ ਗਏ ਕੱਲ੍ਹ ਰਿਤਕ ਜਦੋਂ ਡਿੱਗਿਆ ਤਾਂ ਤੁਸੀਂ ਜਾ ਕੇ ਕਿਹਾ ਕਿ ਮੈਂ ਬੜੇ ਆਸਾਨੀ ਨਾਲ ਕੱਢ ਲਾਂਗਾ, ਕੋਈ ਉਸ ਟਾਈਮ ਵੀ ਉੱਥੇ ਵੀ ਤੁਹਾਨੂੰ ਲੱਗਿਆ ਕਿ ਪ੍ਰਸ਼ਾਸਨ ਵੱਲੋਂ ਜਾਂ ਜਿਹੜੀ ਉੱਥੇ ਟੀਮਾਂ ਲੱਗੀਆਂ ਹੋਈਆਂ ਸੀ ਉਹਨਾਂ ਵੱਲੋਂ ਕਿਹਾ ਗਿਆ ਨਹੀਂ ਅਸੀਂ ਕੱਢਾਂਗੇ, ਸਾਨੂੰ ਤਜਰਬਾ ਵੱਧ ਹੈ? ਉੱਥੇ ਨਾ ਕੋਈ NRI ਭਰਾ ਆਇਆ ਹੋਇਆ ਸੀ ਕੈਨੇਡਾ ਤੋਂ ਜੀ, ਤੇ ਜਿਹਦੇ ਕਰਕੇ ਥੋੜ੍ਹੀ ਜਿਹੀ ਦਿੱਕਤ ਸੀ, ਤੇ ਉਹਦੀ ਮੇਰੇ ਖਿਆਲ 'ਚ ਸ਼ਾਮ ਦੀ ਫਲਾਈਟ ਸੀਗੀ, ਤਾਂ ਉਹਨੇ ਉਹ ਟਿਕਟ ਕੈਂਸਲ ਕਰਾ ਕੇ ਉਹ ਮੂਹਰੇ ਕੰਮ ਕਰਨ ਲੱਗ ਰਿਹਾ ਸੀਗਾ। ਤਾਂ ਉੱਥੇ ਪ੍ਰਸ਼ਾਸਨ ਨੂੰ ਵੀ ਐਂ ਸੀਗਾ ਵੀ ਹੁਣ ਇੱਕ ਤਾਂ ਬੰਦੇ ਦੀ ਟਿਕਟ ਕੈਂਸਲ ਹੋਈ ਹੈ, ਇਹਨੇ ਜਾਣਾ ਸੀਗਾ, ਤਾਂ ਥੋੜ੍ਹਾ ਟਾਈਮ ਹੋਰ ਦਿੱਤਾ ਜਾਵੇ। ਉਹ 10-10 15-15 ਮਿੰਟ ਕਰਦੇ ਤਕਰੀਬਨ ਵੀ 2 ਘੰਟੇ ਲੰਘ ਗਏ ਸੀ ਉਹਨਾਂ ਨੂੰ। ਤਾਂ ਫਿਰ 2 ਘੰਟਿਆਂ ਬਾਅਦ ਫਿਰ ਉਹ ਅਸੀਂ ਆਪਣੇ ਭਗਵੰਤ ਮਾਨ ਜੀ, ਉਹਨਾਂ ਦੇ OSD ਨੇ ਸੁਖਵੀਰ, ਤੇ ਉਹਨਾਂ ਸੰਪਰਕ ਕੀਤਾ ਕਿ ਮੈਨੂੰ ਮੌਕਾ ਦਿੱਤਾ ਜਾਵੇ? ਹਾਂਜੀ, ਫਿਰ ਮੈਂ ਉਹਨਾਂ ਨੂੰ ਫੋਨ ਕੀਤਾ ਤੇ ਉਹਨਾਂ ਨੇ ਫਿਰ ਉੱਥੇ ਡੀ ਸਾਹਿਬ ਨਾਲ ਗੱਲਬਾਤ ਕੀਤੀ ਆ, ਤੇ ਉਸ ਤੋਂ ਬਾਅਦ ਫਿਰ ਮੈਨੂੰ ਮੌਕਾ ਮਿਲਿਆ ਜੀ। ਅੱਛਾ ਬਾਈ ਜੀ, ਜਦੋਂ ਪਹਿਲਾਂ ਤੁਸੀਂ ਉੱਥੇ ਜਾ ਕੇ ਦੇਖਿਆ ਜਿਹੜਾ ਉੱਥੇ ਪਹਿਲਾਂ ਰੈਸਕਿਊ ਚੱਲ ਰਿਹਾ ਸੀ, ਉਹ ਤੁਹਾਡੇ ਹਿਸਾਬ ਦੇ ਨਾਲ ਕਿਸ ਤਰ੍ਹਾਂ ਸੀ? ਬੱਚੇ ਦੀ ਮੂਵਮੈਂਟ ਉੱਥੇ ਹੋ ਰਹੀ ਸੀ? ਕਈ ਤਰ੍ਹਾਂ ਦੀਆਂ ਚਰਚਾਵਾਂ ਚੱਲਦੀਆਂ ਨੇ, ਕੋਈ ਕਹਿ ਰਿਹਾ ਕਿ ਬੱਚਾ ਬਾਹਰ ਸੀ, ਕੋਈ ਕਹਿ ਰਿਹਾ ਕਿ ਬੱਚਾ ਪਹਿਲਾਂ ਹੀ ਜਾਂਦਾ ਹੀ ਪਾਣੀ ਦੇ ਵਿੱਚ ਜਾ ਚੁੱਕਿਆ ਸੀ। ਨਹੀਂ, ਉਹ ਜਿਸ ਤਰ੍ਹਾਂ ਉਹਦੀ ਮੰਮੀ ਦੇ ਬਿਆਨ ਨੇ ਜੀ ਪਹਿਲਾਂ ਤਾਂ, ਤੇ ਉਹ ਕਹਿੰਦੇ ਵੀ ਬੱਚਾ ਤੀ ਜਿਹੜਾ 10 ਕੁ ਫੁੱਟ 'ਤੇ ਖੜਾ ਸੀਗਾ, ਤੇ ਉਸ ਤੋਂ ਬਾਅਦ ਜਦੋਂ ਉਹਨਾਂ ਨੇ ਆਖਿਆ ਵੀ ਚੁੰਨੀ ਫੜ ਲਾ, ਹੱਥ ਪੈਰ ਹਿਲਾਏ, ਤਾਂ ਉਹ ਨੀਚੇ ਚਲਾ ਗਿਆ ਜੀ। ਫਿਰ ਉਹ ਤਕਰੀਬਨ ਜਾ ਕੇ 85 ਫੁੱਟ 'ਤੇ ਖੜ ਗਿਆ ਜੀ। 85 ਫੁੱਟ ਦੇ ਉੱਤੇ ਕਰੀਬ ਪਾਣੀ ਹੈਗਾ ਸੀ ਉੱਥੇ, ਕਿਉਂਕਿ ਆਮ ਤੌਰ ਤੇ ਕਹਿ ਰਿਹਾ ਜਾ ਕਿ ਜਿਹੜਾ ਉਹ ਇਲਾਕਾ ਸੀ ਉਸ ਇਲਾਕੇ ਦੇ 85 ਫੁੱਟ 'ਤੇ ਪਾਣੀ ਹੈਗਾ ਸੀਗਾ, ਤਕਰੀਬਨ 3 ਤੋਂ 4 ਫੁੱਟ, ਯਾਨੀ ਕਿ 81 ਫੁੱਟ 'ਤੇ ਪਾਣੀ ਸੀਗਾ ਜੀ। ਮਤਲਬ ਕਿ 2 ਫੁੱਟ ਪਾਣੀ, 2 ਫੁੱਟ ਪਾਣੀ ਘੱਟ ਹੁੰਦਾ ਤਾਂ ਹੋ ਸਕਦਾ ਵੀ ਉਹ 9 ਤੋਂ 10 ਘੰਟੇ ਕੱਟ ਜਾਂਦਾ ਜੀ ਬੱਚਾ, ਇੰਨਾ ਟਾਈਮ ਉਹ ਕੱਟ ਸਕਦਾ ਸੀਗਾ ਜੀ। ਹਾਂਜੀ।
ਅੱਛਾ, ਫਿਰ ਬਾਈ ਕਿਸ ਤਰ੍ਹਾਂ ਦਾ ਤਜਰਬਾ ਰਹਿੰਦਾ, ਕਿਵੇਂ ਮਤਲਬ ਕਿ ਕਿਸ ਤਰ੍ਹਾਂ ਦੀ ਚੀਜ਼ਾਂ ਨੇ ਜਿਹੜੀਆਂ ਤੁਸੀਂ ਉੱਥੇ ਵਰਤੀਆਂ, ਕਿਉਂਕਿ ਇੱਕ ਮੋਟਰ ਕੱਢਣੀ ਜਾਂ ਇੱਕ ਬੱਚਾ ਕੱਢਣਾ ਤਾਂ ਉਹਦੇ ਵਿੱਚ ਕਾਫੀ ਜ਼ਮੀਨ ਅਸਮਾਨ ਦਾ ਫਰਕ ਹੁੰਦਾ, ਕਿਉਂਕਿ ਤੁਸੀਂ ਕੋਈ ਕੁੰਡੀ ਬਣਾਉਣੇ ਹੋ, ਕੋਈ ਚੀਜ਼ਾਂ ਬਣਾਉਣੇ ਹੋ, ਜਾਂ ਉਹ ਕਿਸ ਜਗ੍ਹਾ ਦੇ ਉੱਪਰ ਜਾ ਕੇ ਅੜਕਣਗੀਆਂ, ਹੱਥ ਫੜਨੇ ਨੇ ਜਾਂ ਕੋਈ ਚੀਜ਼ ਹੋਰ ਦੇ ਨੁਕਸਾਨ ਵੀ ਹੋ ਸਕਦਾ, ਸਰੀਰ ਨੂੰ ਫਸਿਆ ਵੀ ਹੋ ਸਕਦਾ, ਤਾਂ ਫਿਰ ਕਿਸ ਤਰ੍ਹਾਂ ਦੇਖਦੇ ਹੋ, ਕੀ ਚੀਜ਼ਾਂ ਬਣਾਈ ਜਾਂਦੀਆਂ? ਬਣਾਈਆਂ ਤਾਂ ਜਿਸ ਤਰ੍ਹਾਂ ਹੁਣ ਮੋਟਰ ਗਿਰੀ ਹੁੰਦੀ ਹੈ ਜੀ, ਉਹ ਪ੍ਰੋਪਰ ਹੀ ਮੈਂ ਸੰਦ ਪਹਿਲੀ ਬਣਾ ਕੇ ਰੱਖਦਾ ਜੀ, ਵੀ ਇਸ ਲੋਟ ਮੋਟਰ ਟੁੱਟ ਕੇ ਗਿਰੇ ਤਾਂ ਆਹ ਪਊਗਾ। ਪਰ ਜਦੋਂ ਬੱਚਾ ਹੁੰਦਾ ਜੀ ਉਸ ਟਾਈਮ ਤਾਂ ਕੋਈ ਪਹਿਲੀ ਗੱਲ ਤਾਂ ਮੈਂ ਘਰੇ ਬਣਾਉਂਦਾ ਨਹੀਂ ਇਹ ਚੀਜ਼ਾਂ ਜੀ। ਆਪਾਂ ਨਹੀਂ ਚਾਹੁੰਦੇ ਵੀ ਇਹੋ ਜਿਹਾ ਕੋਈ ਐਕਸੀਡੈਂਟ ਹੋਵੇ, ਹੈ ਨਾ। ਤੇ ਦੂਜੀ ਜਿਹੜਾ ਉੱਥੇ ਬਣਾ ਲਿਆ ਉਹਦਾ ਮੌਕੇ ਦੀ ਦੇਖ ਕੇ ਬਣਾਉਣੇ ਆ ਵੀ ਕਿਸ ਤਰ੍ਹਾਂ ਬੱਚਾ ਗਿਰਿਆ, ਕੀ ਚੀਜ਼ ਫੜੀ ਉਹਦੀ ਕਿਸ ਤਰ੍ਹਾਂ ਮੈਂ ਕਿ ਸੌਫਟ ਕੀ ਚੀਜ਼ਾਂ ਬਣਾਈ ਜਾਂਦੀਆਂ ਨੇ, ਕੀ ਜਦ ਸਕਿਨ ਨੂੰ ਵੀ ਤਾਂ ਇੱਕ ਕਾਲਮ ਪਾਈਪ ਹੁੰਦਾ ਜਿਹਦੇ ਨਾਲ ਆਪਾਂ ਮੋਟਰ ਪਾਉਣਗੇ, ਸਵਰਸਾ ਡਿਲੀਵਰੀ ਹੁੰਦੀ ਆ। ਤੇ ਜੇ ਉਹਦੀ ਕੁਆਸਟੀ ਦੇਖੀ ਜਾਵੇ ਤਾਂ ਉਹ 7 ਤੋਂ 8 ਕੁਆਂਟਲ ਵਜਨ ਚੱਕ ਸਕਦੀ ਆ, ਤਾਂ ਉਹ ਚੀਜ਼ ਪਾਉਣੀ ਆ ਜੀ, ਉਹਦੇ ਨਾਲ ਕੋਈ ਨੁਕਸਾਨ ਵੀ ਨਹੀਂ ਹੁੰਦਾ ਸਰੀਰ ਨੂੰ। ਫਿਰ ਬੱਚੇ ਦੇ ਹੱਥ ਜਾਂ ਜਿਸ ਤਰੀਕੇ ਨਾਲ ਡਿੱਗਿਆ ਹੁੰਦਾ ਉੱਥੇ ਪਾਉਣ ਦੀ ਕੋਸ਼ਿਸ਼ ਹੁੰਦੀ ਹੈ? ਹਾਂਜੀ, ਉਹ ਹੱਥਾਂ 'ਚ ਪਾਉਣ ਦੀ ਕੋਸ਼ਿਸ਼ ਹੁੰਦੀ ਹੈ ਜੀ, ਹੱਥ ਫੜ ਲੈਂਦੇ ਆਗੇ। ਫਿਰ ਕਿੱਥੇ ਪਿਆ ਸੀ ਹੁਣ ਉਹਨੂੰ, ਕਿਵੇਂ 2 ਵਾਰੀ ਕਹਿੰਦੇ ਨੇ, ਇੱਕ ਪਹਿਲਾਂ ਕੋਸ਼ਿਸ਼ ਕਰੀ ਤਾਂ ਹੱਥ ਉਹ ਹੋ ਗਿਆ, ਸਲਿੱਪ ਹੋ ਗਿਆ, ਫਿਰ ਦੁਬਾਰਾ ਫਿਰ ਕੋਸ਼ਿਸ਼ ਕਰੀ? ਉਹ ਪਹਿਲਾਂ ਜੀ ਥੋੜ੍ਹੀ ਅਣਗਹਿਲੀ ਸੀਗੀ, ਤੇ ਪਹਿਲੀ ਵਾਰ 'ਚ ਹੀ ਹੱਥ ਫੜ ਲਏ, ਤਕਰੀਬਨ 5 ਕੁ ਮਿੰਟਾਂ 'ਚ ਹੀ ਵੀ ਹੱਥ ਤਾਂ ਫੜ ਲਏ ਸੀ, ਪਰ ਉਹ ਰੱਸੀ ਖੁੱਲ੍ਹ ਗਈ ਜੀ ਜਿਹੜੀ ਬੰਨੀ ਸੀਗੀ। ਤਾਂ ਦੂਜੀ ਵਾਰ 2 ਫੁੱਟ ਬੱਚਾ ਚੱਕ ਕੇ ਗਿਰ ਗਿਆ ਜੀ ਦੁਬਾਰਾ ਤੋਂ। ਤਾਂ ਫਿਰ ਤੀਜੀ ਵਾਰ ਮਤਲਬ ਵਧੀਆ ਗੱਠ ਬੰਨੀ ਗਈ ਹੈ ਜੀ, ਫਿਰ ਚੱਕਿਆ ਬੱਚਾ ਜੀ। ਗੱਠ ਕਿਸ ਤਰ੍ਹਾਂ ਬੰਨੀ ਜਾਂਦੀ ਹੈ ਬਾਈ ਜੀ, ਕਿਉਂਕਿ 80 ਫੁੱਟ 90 ਫੁੱਟ, ਕਿਉਂਕਿ ਕੋਈ ਇਹਦੀ ਸੀਮਾ ਨਹੀਂ ਹੁੰਦੀ, ਅਗਰ ਕੋਈ ਬੱਚਾ ਗਿਰਦਾ ਜਾਂ ਬੋਰਵੈਲ ਕਿੱਡਾ ਕੁ ਬੋਰਵੈਲ ਆ, ਜ਼ਿਆਦਾ ਡੂੰਘਾਈ ਦੇ ਵੀ ਜਾ ਸਕਦਾ ਗਾ, ਕਿ ਉੱਥੇ ਇੰਨਾ ਈਜ਼ੀ ਹੋ ਜਾਂਦਾ ਕਿ ਪ੍ਰਸ਼ਾਸਨ ਕੋਲ ਤਾਂ ਆਪਾਂ ਕਹਿ ਸਕਦੇ ਹਾਂ ਕਿ ਹਰ ਤਰ੍ਹਾਂ ਦੇ ਔਜ਼ਾਰ ਹੋਣੇ ਚਾਹੀਦੇ ਨੇ, ਹਰ ਤਰ੍ਹਾਂ ਦੀ ਤਕਨੀਕ ਹੁੰਦੀ ਹੈ, ਤੁਹਾਡੇ ਲਈ ਤਾਂ ਸਿਰਫ ਆਪਣਾ ਇੱਕ ਨਿੱਜੀ ਤਜਰਬਾ ਜਾਂ ਛੋਟਾ ਮੋਟਾ ਸਮਾਨ ਹੁੰਦਾ? ਗੱਠ ਤਾਂ ਜਿਸ ਤਰ੍ਹਾਂ ਉਹ NDRF ਦਾ ਬੰਦੇ ਨੂੰ ਆਖਿਆ ਸੀਗਾ ਜੀ, ਉਸੇ ਨਹੀਂ ਬੰਨੀ ਸੀਗੀ, ਤੇ ਉਹਨੂੰ ਆਖਿਆ ਸੀ ਵੀ ਇੱਦਾਂ ਬੰਨ, ਪਰ 2 ਵਾਰ ਜਦੋਂ ਗੱਠ ਖੁੱਲ੍ਹ ਗਈ ਤਾਂ ਤੀਜੀ ਵਾਰ ਮੈਂ ਖੁਦ ਬੰਨੀ। ਤਾਂ ਮੈਂ ਉਹਨੂੰ ਦੱਸਿਆ, ਤੇ ਉਹ ਤੋਂ ਮੈਂ ਪੁੱਛਿਆ ਵੀ ਕਿੱਦਾਂ ਗੱਠ ਦੇਣੀ ਆ, ਤਾਂ ਉਹ ਕਹਿੰਦਾ ਇੱਦਾਂ। ਫਿਰ ਮੈਂ ਆਪਣੇ ਹਿਸਾਬ ਨਾਲ ਗੱਠ ਦੇ ਕੇ ਫਿਰ ਮੈਂ ਪਾਇਆ ਜੀ, ਤੀਜੀ ਵਾਰ ਫਿਰ ਮਤਲਬ ਅਸੀਂ ਕਾਮਯਾਬ ਹੋ ਗਏ ਜੀ ਕੱਢਣ 'ਚ। ਜਦੋਂ ਬੱਚਾ ਕੱਢਿਆ ਸੀ ਡੈਡ ਸੀ ਬੱਚਾ ਜਿੱਥੇ ਕਿਉਂ ਬੱਚਾ ਜੀ ਠੰਡਾ ਨਹੀਂ ਹੋਇਆ ਸੀਗਾ ਜੇ ਦੇਖਿਆ ਜਾਵੇ, ਕਿਉਂਕਿ ਪ੍ਰੋਪਰ ਜੇ ਬੰਦੇ ਨੂੰ ਘੰਟੇ 2 ਘੰਟੇ ਹੋ ਜਾਂਦਾ ਡੈਥ ਹੋਈ ਨੂੰ, ਤਾਂ ਸਰੀਰ ਠੰਡਾ ਪੈ ਜਾਂਦਾ। ਤੁਹਾਡੇ ਹਿਸਾਬ ਦੇ ਨਾਲ ਕੁਛ ਟਾਈਮ ਪਹਿਲਾਂ ਹੀ? ਹਾਂ, ਕੁਛ ਮਤਲਬ ਥੋੜ੍ਹਾ ਟਾਈਮ ਪਹਿਲਾਂ ਹੀ ਉਹ ਹੋਇਆ ਜੀ, ਕੋਈ ਜ਼ਿਆਦਾ ਨਹੀਂ ਹੋਇਆ, ਵੱਧ ਤੋਂ ਵੱਧ 3 ਘੰਟੇ ਜਾਂ 4 ਘੰਟੇ ਹੱਦ ਹੋਇਆ ਹੋਊਗਾ, 3 ਘੰਟੇ ਮੰਨ ਕੇ ਚੱਲੋ ਜੀ, ਵੀ ਬੱਚਾ 5 ਤੋਂ 4 ਘੰਟੇ ਜਿਉਂਦਾ ਰਿਹਾ ਹੋਊਗਾ। ਹਾਂਜੀ, ਅਫਸੋਸ ਰਹਿੰਦਾ ਕਿ ਅਗਰ ਪਹਿਲੇ ਦਿਨ ਜਾਂ ਛੇਤੀ ਅਸੀਂ ਪਹੁੰਚ ਜਾਂਦੇ, ਜਾਂ ਫਿਰ ਸਰਕਾਰਾਂ ਕੋਲ ਹੀ ਇਸ ਤਰ੍ਹਾਂ ਦੇ ਇੰਤਜ਼ਾਮ ਹੁੰਦੇ, ਜਾਂ ਪਹਿਲੇ ਉਸੇ ਟਾਈਮ ਜਦੋਂ ਉਹਨਾਂ ਨੂੰ ਸਰਕਾਰਾਂ ਨੂੰ ਕਾਲ ਲੱਗਦੀ ਆ, ਤਾਂ ਕਿਉਂਕਿ ਪਹਿਲਾਂ ਫਤਿਹਵੀਰ ਡਿੱਗਿਆ ਤਾਂ ਕਿੰਨੇ ਪ੍ਰਿੰਸ ਡਿੱਗਿਆ, ਹਰਿਆਣੇ 'ਚ ਡਿੱਗੇ, ਤਾਂ ਉੱਥੋਂ ਸਬਕ ਲੈ ਲੈਣਾ ਚਾਹੀਦਾ ਸਰਕਾਰਾਂ ਨੂੰ। ਹੁਣ ਟਾਈਮਿੰਗ ਤਾਂ ਇਹ ਦੇਖੋ ਜੀ, ਉਰੋਂ 200 ਕਿਲੋਮੀਟਰ ਦੇ ਲਗਭਗ ਸੀਗਾ, 2.5 ਘੰਟੇ ਮੈਨੂੰ ਲੇਟ ਕਾਲ ਆਈ ਆ, ਤੇ 3 ਘੰਟੇ ਮੈਨੂੰ ਜਾਣ ਨੂੰ ਲੱਗੇ ਨੇ। ਜਿਵੇਂ ਤੁਸੀਂ 1-2 ਸ਼ਹਿਰ ਆ ਜਾਂਦੇ, ਹੁਣ ਮਰੇਲਕੋਟਲਾ ਜੀ, ਤਾਮਿਲਨਾਡੂ ਤੁਸੀਂ ਗਏ ਹੋ, ਉਦੋਂ ਗਏ ਹੋ, ਤੁਹਾਨੂੰ 에ਅਰਲਿਫਟ ਕੀਤਾ ਗਿਆ, ਤਾਂ ਇੱਥੋਂ ਵੀ ਤੁਹਾਨੂੰ ਜਦ ਕਿ ਅਗਰ ਕੀਮਤੀ ਹੋਵੇ ਜਾਨ ਸਮਝਦੀ ਹੁਣ ਸਰਕਾਰਾਂ, ਤਾਂ ਤੁਹਾਨੂੰ ਵੀ 에ਅਰਲਿਫਟ ਕੀਤਾ ਜਾ ਸਕਦਾ? ਕੀਤਾ ਜਾ ਸਕਦਾ ਸੀ, ਪਰ ਪ੍ਰਸ਼ਾਸਨ ਤੱਕ ਪ੍ਰਸ਼ਾਸਨ ਵੱਲੋਂ ਕੋਈ ਹੰਗਾਰਾ ਹੀ ਨਹੀਂ ਮਿਲਿਆ ਜੀ ਉਰੇ, ਨਾ ਕਿਸੇ ਨੇ ਆਖਿਆ ਜੀ। ਤੇ ਹੁਣ ਜਿਸ ਤਰ੍ਹਾਂ ਤਾਮਿਲਨਾਡੂ ਗਏ ਸੀ, ਹੁਣ ਬਾਈ ਏਅਰ ਗਏ ਸੀ, 6 ਘੰਟਿਆਂ 'ਚ ਮੈਂ ਉੱਥੇ ਪਹੁੰਚ ਗਿਆ ਜੀ। ਉਹ ਤਕਰੀਬਨ 3000 ਦੇ ਲਗਭਗ ਆ ਜੀ ਤਾਮਿਲਨਾਡੂ ਕਿਲੋਮੀਟਰ, ਇਹ 200 ਕਿਲੋਮੀਟਰ ਸੀਗਾ, ਪਰ ਗੱਡੀ 'ਚ ਗਿਆ ਫਿਰ ਵੀ 3 ਘੰਟੇ ਲੱਗ ਗਏ ਜੀ। ਅੱਛਾ ਬਾਈ ਜੀ, ਫਿਰ ਚਲੋ, ਕਿਉਂਕਿ ਜਿਸ ਪਰਿਵਾਰ ਦੇ ਉੱਪਰ ਇਹ ਚੀਜ਼ ਬੀਤਦੀ ਹੁੰਦੀ ਆ, ਉਸ ਨੂੰ ਤਾਂ ਕੋਈ ਸੁੱਧ ਨਹੀਂ ਹੁੰਦੀ, ਪਰ ਜਦੋਂ ਤੁਸੀਂ ਕਿਤੇ ਜਾਂਦੇ ਹੋ, ਜਾਂ ਤੁਸੀਂ ਤਾਮਿਲਨਾਡੂ ਗਏ ਹੋ, ਜਾਂ ਤੁਸੀਂ ਉਰੇ ਗਏ ਹੋਗੇ 2-3, ਕੀ ਇਹ ਸਾਰਾ ਖਰਚ, ਕਿਉਂਕਿ ਤੁਸੀਂ ਵੀ ਆਪਣਾ ਘਰ ਦਾ ਗੁਜ਼ਾਰਾ ਬੜੀ ਮੁਸ਼ਕਿਲ ਨਾਲ ਚਲਾਉਣੇ ਹੋ, ਇਸ ਤਰ੍ਹਾਂ ਕੰਮ ਕਰਕੇ ਮੋਟਰਾਂ ਕੱਢ ਕੇ ਚਲਾਉਣੇ ਹੋ ਜਾਂ ਹੋਰ ਚੀਜ਼ਾਂ, ਕੀ ਫਿਰ ਇਹ ਖਰਚ ਕਿਵੇਂ? ਜਿਵੇਂ ਅੱਜ ਗਿਆ, ਕੱਲ੍ਹ ਗਿਆ ਸੀਗਾ ਜੀ ਮੈਂ, ਇਹ ਤਾਂ ਮੈਂ ਆਪਦੇ ਪੱਲੋਂ ਖਰਚ ਕੇ ਗਿਆਗਾ। ਵੈਸੇ ਜਿਨ੍ਹਾਂ ਦੀ ਮੈਂ ਗੱਡੀ ਦਿੱਤੀ ਸੀਗੀ, ਉਹਨਾਂ ਨੇ ਮੈਨੂੰ ਪੈਸੇ ਦੇਣ ਦੀ ਕੋਸ਼ਿਸ਼ ਕੀਤੀ ਵੀ ਤੂੰ ਤੇਲ ਤੂਲ ਪਵਾ ਲਈ ਜਾਂ ਹੋਰ ਵੀ ਖਰਚਾ, ਪਰ ਮੈਂ ਕਿਹਾ ਜੀ ਅੰਕਲ ਮੇਰੇ ਲਈ ਇੰਨੀ ਬਹੁਤ ਆ ਵੀ ਤੁਸੀਂ ਨੇ ਮੈਨੂੰ ਗੱਡੀ ਦੇ ਦਿੱਤੀ। ਗੱਡੀ ਕਿਸੇ ਭਰਾ ਨੇ ਦਿੱਤੀ? ਹਾਂਜੀ, ਸਾਡੇ ਹਰਿੰਦਰ ਸ਼ਰਮਾ ਜੀ ਨੇ, ਉਹਨਾਂ ਨੇ ਗੱਡੀ ਦਿੱਤੀ ਸੀਗੀ, ਹੋਂਡਾ ਸਿਟੀ ਗੱਡੀ ਆ, ਨਵੀਂ ਬਿਲਕੁਲ ਗੱਡੀ ਹੈ ਜੀ, ਤਾਂ ਲੱਖਾਂ ਦੀ ਉਹਨਾਂ ਨੇ ਮੈਨੂੰ ਗੱਡੀ ਦੇ ਦਿੱਤੀ। ਫਿਰ ਮੈਂ ਕਿਹਾ ਵੀ ਇੱਕ ਹੋਰ ਬੋਝ ਨਾ ਪਾਈ ਇਹਨਾਂ ਦੇ, ਤਾਂ ਫਿਰ ਮੈਂ ਉਸ ਤੋਂ ਬਾਅਦ ਜਿਵੇਂ ਤੁਸੀਂ ਕੱਲ੍ਹ ਦੀ ਉਸ ਤੋਂ ਬਾਅਦ ਤੁਹਾਡੇ ਨਾਲ ਮੀਟਿੰਗਾਂ ਉੱਥੇ ਚੱਲੀਆਂ ਹੋਣਗੀਆਂ, ਪ੍ਰਸ਼ਾਸਨ ਨੇ ਵੀ ਗੱਲਬਾਤ ਕੀਤੀ ਹੋਏਗੀ ਕਿ ਉਹਨਾਂ ਨੇ ਕਿਹਾ ਨਹੀਂ ਕਿ ਇਸ ਤਰ੍ਹਾਂ ਚੀਜ਼ਾਂ ਜਿਵੇਂ ਤੁਸੀਂ ਖਰਚ ਕਰਕੇ ਆਏ ਹੋ, ਜਾਂ ਪ੍ਰਸ਼ਾਸਨ ਦਾ ਸਰਕਾਰ ਦਾ ਫਰਜ਼ ਬਣਦਾ ਸੀ ਉੱਥੋਂ ਤੁਹਾਡੀ ਹੌਸਲਾ ਅਫਜ਼ਾਈ ਲਈ, ਕੱਲ੍ਹ ਨੂੰ ਚੀਜ਼ਾਂ ਉਹ ਕਹਿੰਦੀਆਂ ਜਾਂ ਤੁਹਾਡੇ ਤੋਂ ਕੁਛ ਸਿੱਖਣ ਦੀ ਕੋਸ਼ਿਸ਼ ਉਹਨਾਂ ਨੇ ਕਿਹਾ, ਉਹ ਪੁੱਛਿਆ ਹੋਊਗੀ, ਕੱਲ੍ਹ ਨੂੰ ਰੱਬ ਨਾ ਕਰੇ ਕਿ ਇਸ ਤਰ੍ਹਾਂ ਦੀ ਘਟਨਾ ਕਦੇ ਨਾ ਵਾਪਰੇ, ਕਿਸੇ ਦਾ ਬੱਚਾ ਨਾ ਗਿਰੇ, ਪਰ ਫਿਰ ਵੀ ਜਦੋਂ ਕੁਦਰਤੀ ਇਸ ਤਰ੍ਹਾਂ ਦੀ ਘਟਨਾ ਵਾਪਰ ਜਾਂਦੀ ਆ, ਤਾਂ ਸਿੱਖ ਲੈਣ ਲਈ ਕੁਛ ਤੁਸੀਂ ਕਿਹਾ, ਉਹਨਾਂ ਨੂੰ ਸੁਝਾਅ ਦਿੱਤੇ ਕੁਛ ਵੀ ਇਸ ਤਰ੍ਹਾਂ ਹੋ ਸਕਦਾ ਹੈ, ਜਾਂ ਤੁਸੀਂ ਇਸ ਤਰ੍ਹਾਂ ਦੇਰੀ ਨਾ ਕਰਨੀ? ਪ੍ਰਸ਼ਾਸਨ ਨੇ ਮੇਰੇ ਨਾਲ ਕੋਈ ਅਜੇ ਤੱਕ ਗੱਲਬਾਤ ਕੀਤੀ ਨਹੀਂ ਵੀ ਤੇਰਾ ਕੀ ਖਰਚ ਹੋਇਆ ਜਾਂ ਨਹੀਂ। ਅਤੇ ਦੂਜੀ ਗੱਲ, ਕੋਈ ਵੀ ਜੇ ਪੈਸੇ ਦਿੰਦਾ ਆਪਾਂ ਲੈਂਦੇ ਨਹੀਂ ਜੀ,
ਆਪਾਂ ਤਾਂ ਇੱਕ ਸੇਵਾ ਹੀ ਕਰਦੇ ਆਂਗੇ। ਤੇ ਉਹਨਾਂ ਨੇ ਡੀਸੀ ਸਾਹਿਬ ਨਾਲ ਅੱਜ ਮਤਲਬ ਮੀਟਿੰਗ ਹੋਈ ਸੀਗੀ। ਉਹਨਾਂ ਨੇ ਇਹ ਆਖਿਆ ਸੀਗਾ ਵੀ ਜਿਹੜੇ NDRF ਦੇ 3 ਤੋਂ 4 ਬੰਦੇ ਜਾਂ 6 ਬੰਦੇ ਟੀਮ ਅਸੀਂ ਤੈਨੂੰ ਦੇ ਦਿੱਤੀ ਵੀ ਤੂੰ ਉਹਨਾਂ ਨੂੰ ਟ੍ਰੇਨ ਕਰ ਦੇਂਗਾ, ਟ੍ਰੇਨਿੰਗ ਦੇ ਦੇਂਗਾ। ਤਾਂ ਮੈਂ ਉਹਨਾਂ ਨੂੰ ਹਾਂ ਕਰਕੇ ਆਇਆ ਜੀ। ਉਹ ਕਹਿੰਦੇ ਵੀ ਅਸੀਂ ਤੁਹਾਨੂੰ ਹਫਤੇ ਦੇ ਵਿੱਚ ਮੈਂ ਕਾਲ ਕਰਾਂਗੇ ਵੀ ਹਫਤੇ ਦੇ ਵਿੱਚ ਤੁਸੀਂ ਵਾਪਸ ਆ ਜਿਓ, ਵੀ ਤੁਹਾਡਾ ਉਰੇ ਸਨਮਾਨ ਵੀ ਕਰਾਂਗੇ ਅਸੀਂ। ਤੁਸੀਂ ਇਹ ਨਹੀਂ ਕਿਹਾ ਜਦੋਂ ਉਹਨਾਂ ਨੇ ਕਿਹਾ ਕਿ NDRF ਦੇ ਟੀਮਾਂ ਨੂੰ ਤੁਸੀਂ ਟ੍ਰੇਨਿੰਗ ਦੇ ਰਹੇ ਹੋਗੇ, ਟ੍ਰੇਨਿੰਗ ਦੇ ਦੋਗੇ, ਹੁਣ ਇਹ ਨਹੀਂ ਕਿਹਾ ਕਿ ਅਸੀਂ ਇਹ ਸਿਫਾਰਸ਼ ਕਰਾਂਗੇ ਅਗਰ ਕਿ ਤੁਹਾਨੂੰ ਹੀ ਸਰਕਾਰ ਦੇ ਵਿੱਚ ਕਿਤੇ ਨਾ ਕਿਤੇ ਕੋਈ ਇਸ ਤਰ੍ਹਾਂ ਮਤਲਬ ਕਿ ਜੌਬ ਦਿੱਤੀ ਜਾਵੇ ਜਾਂ ਜਿੱਥੇ ਅਗਰ ਕੋਈ ਇਸ ਤਰ੍ਹਾਂ ਦੀ ਘਟਨਾ ਕਿਤੇ ਵੀ ਵਾਪਰ ਜਾਂਦੀ ਹੈ, ਕੋਈ ਪੰਜਾਬ ਹਰਿਆਣਾ ਕਿਤੇ ਵੀ ਵਾਪਰ ਜਾਂਦੀ ਹੈ, ਤਾਂ ਤੁਸੀਂ ਉੱਥੇ ਜਾ ਕੇ ਪਹਿਲ ਦੇ ਆਧਾਰ 'ਤੇ ਨਾਲੇ ਤੁਹਾਡੇ ਘਰ ਦਾ ਗੁਜ਼ਾਰਾ ਚੱਲੇ, ਨਾਲੇ ਕਿਸੇ ਬੱਚੇ ਦੀ ਜਾਨ ਬਚ ਸਕੇ, ਕੋਈ ਘਟਨਾ ਇਸ ਤਰ੍ਹਾਂ ਦੀ ਨਾ ਹੋ। ਨਹੀਂ, ਇੱਦਾਂ ਨਹੀਂ, ਮੇਰੇ ਨਾਲ ਉਹਨਾਂ ਨੇ ਕੋਈ ਗੱਲ ਨਹੀਂ ਕੀਤੀ ਜੀ। ਮੇਰੇ ਨਾਲ ਤਾਂ ਸਿਰਫ ਆਹੀ ਗੱਲ ਹੋਈ ਸੀ ਵੀ ਤੁਸੀਂ ਜੇ 4 ਬੰਦਿਆਂ ਦੀ ਜਾਂ 5 ਬੰਦੇ ਟੀਮ ਤੁਹਾਨੂੰ ਦੇ ਦਈਏ ਵੀ ਤੁਸੀਂ ਇਹਨਾਂ ਨੂੰ ਟ੍ਰੇਨ ਕਰ ਦੋਗੇ। ਮੈਂ ਕਿਹਾ ਜੀ ਕੋਈ ਗੱਲ ਨਹੀਂ ਸਰ, ਭੇਜ ਦਿਓ ਜੀ। ਅੱਛਾ ਬਾਈ ਜੀ, ਲਾਸਟ ਦੇ ਵਿੱਚ ਕਿ ਅਗਰ ਤੁਹਾਡੇ ਕਦੇ ਬਦਕਿਸਮਤੀ ਨਾਲ ਇਸ ਤਰ੍ਹਾਂ ਦੀ ਘਟਨਾ ਕਿਤੇ ਵਾਪਰ ਜਾਂਦੀ ਹੈ, ਕਿਸੇ ਦਾ ਬੱਚਾ ਇਸ ਤਰ੍ਹਾਂ ਹੋ ਜਾਂਦਾ, ਤਾਂ ਤੁਹਾਨੂੰ ਕਿਸ ਤਰ੍ਹਾਂ ਕੰਟੈਕਟ ਕਰ ਸਕਦੇ ਨੇ? ਕੋਈ ਕੰਟੈਕਟ ਨੰਬਰ ਤੁਹਾਡਾ ਹੋਵੇ ਜਾਂ ਤੁਸੀਂ ਜਾ ਸਕਦੇ ਹੋ ਜੇ ਪੰਜਾਬ ਹਰਿਆਣਾ ਦੂਰ ਕਿਤੇ ਹੋਵੇ ਇਸ ਤਰ੍ਹਾਂ? ਹਾਂਜੀ, ਕੰਟੈਕਟ ਨੰਬਰ ਤਾਂ ਵੈਸੇ ਤਾਂ ਸਾਰੀ ਦੁਨੀਆ ਵਰਲਡ ਦੇ ਵਿੱਚ ਹੀ ਮੇਰਾ ਚਲਾ ਗਿਆ ਨੰਬਰ, ਸਭ ਨੂੰ ਪਤਾ ਜੀ। ਕਿਉਂ ਕੱਲ੍ਹ ਵੀ ਮੈਨੂੰ ਤਕਰੀਬਨ 250-300 ਫੋਨ ਆਇਆ ਜੀ ਮਰੇਲਕੋਟਲੇ ਤੱਕ ਜਾਂਦੇ ਤਾਂ ਮੈਂ ਲਾਈਵ ਵੀ ਪਾਇਆ ਉਦੋਂ ਪਹਿਲਾਂ ਵੀ ਮੈਂ ਉੱਥੇ ਪਹੁੰਚ ਰਿਹਾ ਵੀ ਮੈਨੂੰ ਕਾਲ ਨਾ ਕਰੋ, ਕਿਉਂ ਬੈਟਰੀ ਲੋ ਹੋ ਰਹੀ ਸੀ। ਬਾਕੀ ਉਹਨਾਂ ਨਾਲ ਮੇਰਾ ਟਾਈ ਅਪ ਸੀਗਾ ਜੀ, ਉਹ ਮੈਨੂੰ ਵਾਰ-ਵਾਰ ਪੁੱਛਦੇ ਸੀ ਕਿੱਥੇ ਪਹੁੰਚੇ ਕਿੱਥੇ ਨਹੀਂ। ਫਿਰ ਵੀ ਨੰਬਰ ਬੇਨਤੀ ਕੀਤੀ ਸੀਗੀ। ਮੇਰਾ ਨੰਬਰ ਜੀ 70099 13793 ਹੈ ਜੀ, ਅਤੇ ਇੱਕ ਮੇਰਾ ਏਅਰਟੈਲ ਦਾ ਨੰਬਰ ਹੈ ਜੀ 7696 642217। ਇਹ ਮੇਰੇ ਪੱਕੇ ਨੰਬਰ ਨੇ ਜੀ। ਬਿਲਕੁਲ, ਜਿਵੇਂ ਕਿ ਬਾਈ ਜੀ ਨੇ ਦੱਸਿਆ ਸਾਫ਼ ਤੌਰ 'ਤੇ ਕਿ ਕਿਸ ਤਰ੍ਹਾਂ ਜਿਹੜਾ ਉਹ ਆਪਣੇ ਘਰ ਦੇ ਗੁਜ਼ਾਰੇ ਦੇ ਲਈ ਮੋਟਰਾਂ ਜਿਹੜਾ ਕੱਢਣ ਪਾਉਣ ਦਾ ਕੰਮ, ਮਿਸਤਰੀ ਦਾ ਕੰਮ ਕਹਿ ਸਕਦੇ ਹਾਂ, ਉਹ ਕਰਦੇ ਨੇ ਮਗਵਾਲ ਪਿੰਡ ਦੇ ਵਿੱਚ। 25 ਸਾਲ ਦਾ ਤਜਰਬਾ, ਜਦੋਂ ਛੋਟੇ ਹੁੰਦੇ ਸੀ ਉਸੇ ਟਾਈਮ ਇਹ ਕੰਮ ਦੇ ਵਿੱਚ ਆ ਗਏ ਸੀ, ਕਿਉਂਕਿ ਜਦੋਂ ਕੋਈ ਇਨਸਾਨ ਲੰਮਾ ਤਜਰਬਾ ਕਰਦਾ ਤਾਂ ਉਸ ਨੂੰ ਇੱਕ ਵੱਡਾ ਤਜਰਬਾ ਆ ਜਾਂਦਾ ਹੈ। ਕਿਉਂਕਿ ਗੁਰਿੰਦਰ ਸੰਗਰੂਰ ਦੇ ਮਗਵਾਲ ਪਿੰਡ ਦੇ ਰਹਿਣ ਵਾਲੇ ਨੇ, ਉਹਨਾਂ ਨੇ ਆਪਣਾ ਨੰਬਰ ਵੀ ਜਿਹੜਾ ਵੀਡੀਓ ਦੇ ਵਿੱਚ ਦੱਸਿਆ ਕਿ ਅਗਰ ਕਿਤੇ ਇਹ ਅਨਸਕਾਮੀ ਘਟਨਾ ਹੋ ਜਾਂਦੀ ਹੈ, ਕਿਸੇ ਦਾ ਬੱਚਾ ਇਸ ਤਰ੍ਹਾਂ ਗਿਰ ਜਾਂਦਾ, ਭਾਵੇਂ ਕਿ ਉਹ ਕਿਸੇ ਹੋਰ ਸੂਬੇ ਨਾਲ ਹੀ ਕਿਉਂ ਸੰਬੰਧਿਤ ਨਾ ਹੋਵੇ, ਤਾਂ ਉਹਨਾਂ ਨੂੰ ਪਹਿਲ ਦੇ ਆਧਾਰ 'ਤੇ ਕਾਲ ਕੀਤੀ ਜਾਵੇ ਤਾਂ ਜੋ ਸਮੇਂ ਰਹਿੰਦੇ ਜਿਹੜਾ ਇੱਕ ਜ਼ਿੰਦਗੀ ਜਿਹੜੀ ਬਚਾਈ ਜਾ ਸਕੇ। ਕਿਉਂਕਿ ਹੁਣ ਅਫਸੋਸ ਮੰਨਦੇ ਨੇ ਆਪਣੇ ਮਨ ਦੇ ਵਿੱਚ ਕਿਤੇ ਨਾ ਕਿਤੇ ਗੁਰਿੰਦਰ, ਕਿਉਂਕਿ ਜਦੋਂ ਜਾਂਦੇ ਨੇ, ਜਦੋਂ ਮੌਕਾ ਦੇ ਦਿੱਤਾ ਜਾਂਦਾ ਉਦੋਂ ਬੇਹੱਦ ਜ਼ਿਆਦਾ ਦੇਰ ਹੋ ਜਾਂਦੀ ਹੈ। ਭਾਵੇਂ ਕਿ ਹੁਣ ਪ੍ਰਸ਼ਾਸਨ ਇਹਨਾਂ ਤੱਕ ਇਹ ਵੀ ਕਹਿ ਰਿਹਾ ਕਿ NDRF ਨੂੰ ਟ੍ਰੇਨਿੰਗ ਦਿੱਤੀ ਜਾਵੇ ਕਿ ਕਿਸ ਤਰ੍ਹਾਂ ਤੁਸੀਂ ਬੱਚਾ ਕੱਢ ਲੈਂਦੇ ਹੋ, ਕਿਉਂਕਿ ਜਿੰਨੇ ਬੱਚੇ ਬਾਹਰ ਕੱਢੇ ਗਏ ਨੇ, ਭਾਵੇਂ ਕਿ ਉਹ ਡੈਥ ਹੋਣ ਤੋਂ ਬਾਅਦ ਹੀ ਕੱਢੇ ਗਏ ਨੇ, ਤਾਂ ਉਹ ਗੁਰਿੰਦਰ ਦੇ ਹੱਥੋਂ ਹੀ ਕੱਢੇ ਗਏ ਨੇ ਕਿ ਅਗਰ ਇਹੀ ਸਮਾਂ ਉਹਨਾਂ ਨੂੰ ਪਹਿਲਾਂ ਦੇ ਦਿੱਤਾ ਜਾਂਦਾ ਤਾਂ ਸ਼ਾਇਦ ਉਹ ਬੱਚੇ ਜਿਹੜੇ ਜਿਉਂਦੇ ਬਾਹਰ ਨਿਕਲ ਸਕਦੇ ਸੀ। ਬਲਵੰਤ ਸਿੰਘ ਵਿੱਕੀ, ਪੰਜਾਬ ਤੱਕ, ਸੰਗਰੂਰ।